ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਕਰਾਉਣ ਜਾ ਰਹੀ ਹਾਂ ਰਾਈਟਿੰਗ ਦਾ ਟਾਸਕ 1 ਐਂਡ ਟਾਸਕ 2। ਟਾਸਕ 1 ਵਿੱਚ ਆਪਾਂ ਪਹਿਲਾਂ ਕਰਾਂਗੇ ਲਾਈਨ ਗ੍ਰਾਫ। ਮੈਂ ਲਾਈਨ ਗ੍ਰਾਫ ਦੇ ਤੁਹਾਨੂੰ ਪਹਿਲਾਂ ਹਿੰਟਸ ਦੇਤੇ ਸੀਗੇ, ਆਈਡੀਆ ਦੇਤਾ ਸੀ। ਸੋ ਆਪਾਂ ਅੱਜ ਸਟਾਰਟ ਕਰਾਂਗੇ ਪ੍ਰੋਪਰ ਇੰਟਰੋਡਕਸ਼ਨ, ਓਵਰਵਿਊ, BP1 ਤੇ BP2 ਕਿੱਦਾਂ ਲਿਖਣਾ ਹੁੰਦਾ ਲਾਈਨ ਗ੍ਰਾਫ ਦੇ ਵਿੱਚ, ਕੀ ਜਿਹੜੇ ਪੁਆਇੰਟਸ ਆਪਾਂ ਨੇ ਦਿਮਾਗ ਦੇ ਵਿੱਚ ਰੱਖਣੇ ਹੁੰਦੇ ਆ। ਤੇ ਟਾਸਕ 2 ਕਰਾਂਗੇ ਅੱਜ ਆਪਾਂ ਸਿਰਫ ਉਸਦੀ ਇੰਟਰੋਡਕਸ਼ਨ ਕਿਵੇਂ ਲਿਖਣੀ ਹੁੰਦੀ ਹੈ, ਜਨਰਲ ਲਾਈਨ ਕਿਵੇਂ ਲਿਖਣੀ ਹੈ, ਪੈਰਾਫਰੇਜ਼ ਕਿੱਦਾਂ ਕਰਨਾ ਹੈ ਤੇ ਆਪਣਾ ਓਪੀਨੀਅਨ ਕਿਵੇਂ ਦੇਣਾ ਹੈ। ਠੀਕ ਹੈ ਫਰੈਂਡਸ, ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਮੈਂ ਤੁਹਾਡੇ ਸਾਹਮਣੇ ਇੱਕ ਕੁਐਸਚਨ ਹੈ, ਦੇਖੋ ਪਹਿਲਾਂ ਆਪਾਂ ਕੁਐਸਚਨ ਪੜ੍ਹਦੇ ਹਾਂ। ਦ ਲਾਈਨ ਗ੍ਰਾਫ ਬਿਲੋ ਸ਼ੋਜ਼ ਦ ਹਾਊਸਹੋਲਡ ਰੀਸਾਈਕਲਿੰਗ ਰੇਟਸ ਇਨ 3 ਡਿਫਰੈਂਟ ਕੰਟਰੀਜ਼ ਬਿਟਵੀਨ 2005 ਐਂਡ 2015। ਠੀਕ ਹੈ, ਆਪਾਂ ਨੂੰ ਕੀ ਦਿੱਤੇ ਹੋਏ ਨੇ, ਰੀਸਾਈਕਲਿੰਗ ਰੇਟਸ ਦੱਸੇ ਨੇ। ਠੀਕ ਹੈ, ਇਨ 3 ਡਿਫਰੈਂਟ ਕੰਟਰੀਜ਼ ਦੇ 3 ਡਿਫਰੈਂਟ ਕੰਟਰੀਜ਼ ਦੇ ਰੀਸਾਈਕਲਿੰਗ ਰੇਟਸ ਦੱਸੇ ਗਏ ਨੇ ਆਪਾਂ ਨੂੰ। ਇਹ ਨੀਚੇ ਇਹਨਾਂ ਨੇ ਈਅਰ ਮੈਂਸ਼ਨ ਕੀਤੇ ਆ 2005 ਤੋਂ ਲੈ ਕੇ 2015 ਤੱਕ। ਠੀਕ ਹੈ ਜੀ, ਤੇ ਇੱਧਰ ਕੀ ਦਿੱਤੀ ਹੋਈ ਹੈ, ਪਰਸੈਂਟੇਜ। ਹੁਣ ਆਪਾਂ ਨੇ ਪਹਿਲਾਂ ਗ੍ਰਾਫ ਨੂੰ ਦੇਖਣਾ ਵੀ ਗ੍ਰਾਫ 'ਚ ਹੋ ਕੀ ਰਿਹਾ। ਠੀਕ ਹੈ, ਜਿਹੜਾ ਤਾਂ ਇਹ ਫਰਾਂਸ ਹੈ, ਜਿਹੜੀ ਲਾਈਨ ਇੱਧਰ ਨੂੰ ਨੀਚੇ ਜਾ ਰਹੀ ਹੈ, ਤਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਹ ਰੇਟ ਕੀ ਹੋ ਰਹੇ ਨੇ, ਡਿਕਰੀਜ਼ ਹੋ ਰਹੇ ਨੇ। ਬਟ ਜਿਹੜੇ 2 ਕੰਟਰੀਜ਼ ਨੇ, UK ਤੇ ਜਰਮਨੀ, ਉਹਨਾਂ ਦਾ ਕੀ ਹੋ ਰਿਹਾ ਰੀਸਾਈਕਲਿੰਗ ਰੇਟ। ਪਹਿਲਾਂ ਕੀ ਸੀਗਾ, 40 ਤੇ ਸੀ, ਇਹ ਕਿੰਨਾ ਕੁ ਸੀਗਾ, ਆਲਮੋਸਟ 20 ਤੋਂ ਥੋੜ੍ਹਾ ਜਿਹਾ ਵੱਧ। ਠੀਕ ਹੈ, ਇਹ ਕੀ ਰਿਹਾ, ਸਟੈਡੀ ਰਿਹਾ। ਠੀਕ ਹੈ, ਕਦੋਂ ਤੱਕ, 2009 ਤੱਕ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਸਿਗਨੀਫਿਕੈਂਟਲੀ ਇਹ ਰਾਈਜ਼ ਕਰ ਗਏ, ਵੱਧ ਗਏ। ਠੀਕ ਹੈ, ਵੀ ਇੱਕੋ ਦਮ ਵੱਧ ਗਏ। ਤੇ ਪਹਿਲਾਂ ਇੱਥੇ ਤੱਕ ਸਟੈਡੀ ਨੇ, ਬਟ ਫਿਰ ਕੀ ਹੋ ਰਹੇ ਨੇ, ਵੱਧ ਰਹੇ ਨੇ। ਠੀਕ ਹੈ, ਸੋ ਆਪਾਂ ਨੇ ਇਹੀ ਚੀਜ਼ਾਂ ਦੇਖਣੀਆਂ ਵੀ ਹੁਣ BP1 'ਚ ਕੀ ਲਿਖਣਾ, BP2 'ਚ ਕੀ ਲਿਖਣਾ। ਉਸ ਤੋਂ ਪਹਿਲਾਂ ਆਪਾਂ ਨੇ ਸਾਰਿਆਂ ਤੋਂ ਪਹਿਲਾਂ ਕੀ ਲਿਖਣੀ ਹੁੰਦੀ ਹੈ, ਇੰਟਰੋਡਕਸ਼ਨ। ਠੀਕ ਹੈ, ਸੋ ਸਟਾਰਟ ਕਰਦੇ ਹਾਂ ਆਪਾਂ ਇੰਟਰੋਡਕਸ਼ਨ ਲਿਖਣੀ। ਇੰਟਰੋਡਕਸ਼ਨ 'ਚ ਕੁਝ ਨਹੀਂ ਕਰਨਾ, ਜਿਹੜਾ ਆਪਾਂ ਨੂੰ ਕੁਐਸਚਨ ਦਿੱਤਾ ਉਹਨੂੰ ਆਪਾਂ ਨੇ ਸਿਰਫ ਪੈਰਾਫਰੇਜ਼ ਕਰਨਾ। ਠੀਕ ਹੈ ਜੀ, ਸੋ ਹੁਣ ਇੱਥੇ ਆਪਾਂ ਨੂੰ ਕੀ ਦਿੱਤਾ ਹੋਇਆ, ਦਾ ਲਾਈਨ ਗ੍ਰਾਫ ਬਿਲੋ ਸ਼ੋਜ਼ ਦਾ। ਠੀਕ ਹੈ, ਹੁਣ ਲਾਈਨ ਗ੍ਰਾਫ ਨੂੰ ਤਾਂ ਆਪਾਂ ਚੇਂਜ ਕਰ ਨਹੀਂ ਸਕਦੇ। ਜੇ ਇੱਥੇ ਨਾ ਹੁੰਦਾ, ਇਕੱਲਾ ਗ੍ਰਾਫ ਹੁੰਦਾ ਤਾਂ ਤੁਸੀਂ ਲਿਖਣਾ ਸੀ ਦਾ ਲਾਈਨ ਗ੍ਰਾਫ। ਹੁਣ ਲਾਈਨ ਗ੍ਰਾਫ ਦਿੱਤਾ ਹੀ ਹੋਇਆ ਤਾਂ ਆਪਾਂ ਲਾਈਨ ਗ੍ਰਾਫ ਨੂੰ ਨਹੀਂ ਛੇੜਨਾ। ਠੀਕ ਹੈ, ਸੇਮ ਆ ਜਾਊਗਾ। ਸ਼ੋਜ਼ ਨੂੰ ਤੁਸੀਂ ਕੀ ਲਿਖ ਸਕਦੇ ਹੋ, ਰਿਪਰੈਜ਼ੈਂਟਸ, ਇਲਸਟ੍ਰੇਟਸ। ਠੀਕ ਹੈ, ਡੈਮੋਨਸਟ੍ਰੇਟ, ਡਿਪਿਕਟਸ, ਕਿਉਂਕਿ ਇਹ ਮੈਂ ਤੁਹਾਨੂੰ ਪਹਿਲਾਂ ਦੱਸਦੇ ਸੀਗੇ। ਨੈਕਸਟ ਹੈ ਹਾਊਸ ਹੋਲਡ ਰੀਸਾਈਕਲਿੰਗ ਰੇਟਸ। ਹੁਣ ਹਾਊਸ ਹੋਲਡ ਨੂੰ ਆਪਾਂ ਥੋੜ੍ਹਾ ਵਧੀਆ ਕਹਿ ਦਾਂਗੇ, ਕੀ ਕਹਿ ਦਾਂਗੇ, ਇੱਥੇ ਆਪਾਂ ਨੂੰ ਗ੍ਰਾਫ ਦੇ ਵਿੱਚ ਕੀ ਕਿਹਾ, ਰੀਜਨਲ ਹਾਊਸ ਹੋਲਡ ਰੀਸਾਈਕਲਿੰਗ ਰੇਟਸ। ਇਹ 'ਚ ਵੀ ਆਪਾਂ ਹੋਰ ਕੁਝ ਚੇਂਜਸ ਨਹੀਂ ਕਰ ਸਕਦੇ। ਠੀਕ ਹੈ ਜੀ, ਨੈਕਸਟ ਹੈ ਇਨ 3 ਡਿਫਰੈਂਟ ਕੰਟਰੀਜ਼। ਹੁਣ ਡਿਫਰੈਂਟ ਕੰਟਰੀਜ਼ ਦੀ ਜਗ੍ਹਾ ਆਪਾਂ ਨੇਮ ਲੈ ਦਾਂਗੇ, ਇਨ UK, ਜਰਮਨੀ ਐਂਡ ਫਰਾਂਸ। ਠੀਕ ਹੈ, ਹੁਣ ਇੱਥੇ ਕੀ ਦਿੱਤਾ ਇਹਨਾਂ ਨੇ, ਬਿਟਵੀਨ ਐਂਡ। ਠੀਕ ਹੈ, ਇੱਥੇ ਆਪਾਂ ਲਗਾ ਦਾਂਗੇ ਫਰੋਮ ਐਂਡ ਟੂ। ਜੇ ਫਰੋਮ ਤੇ ਟੂ ਹੁੰਦਾ ਫਿਰ ਆਪਾਂ ਨੇ ਬਿਟਵੀਨ ਤੇ ਐਂਡ ਲਗਾ ਦੇਣਾ ਸੀ। ਸੋ ਦੇਖਦੇ ਹਾਂ ਆਪਾਂ ਕਿਵੇਂ ਲਿਖਣੀ ਹੈ ਇੰਟਰੋਡਕਸ਼ਨ। ਠੀਕ ਹੈ ਜੀ, ਦਾ ਲਾਈਨ ਗ੍ਰਾਫ ਬਿਲੋ ਨਹੀਂ ਆਪਾਂ ਲਿਖਾਂਗੇ, ਸ਼ੋਜ਼ ਦੀ ਜਗ੍ਹਾ ਆਪਾਂ ਲਿਖ ਦਿੰਦੇ ਹਾਂ, ਚਲੋ ਇਲਸਟ੍ਰੇਟਸ। ਇਲਸਟ੍ਰੇਟਸ the regional household recycling rates in UK, Germany and France। ठीक है जी, फ्रांस ਤਿੰਨੇ ਕੰਟਰੀਆਂ ਆ ਗਈਆਂ। ਆਪਾਂ ਇੱਥੇ ਲਿਖ ਦਾਂਗੇ ਈਅਰ ਕੀ ਕਰ ਦਾਂਗੇ, ਮੈਂਸ਼ਨ ਫਰੋਮ 2005 to 2015। ਬਸ ਆਪਾਂ ਨੇ ਬਿਟਵੀਨ ਤੇ ਐਂਡ ਦੀ ਜਗ੍ਹਾ ਫਰੋਮ ਤੇ ਟੂ ਲਿਖਤਾ। ਇਹ ਹੋ ਗਈ ਆਪਣੀ ਇੰਟਰੋਡਕਸ਼ਨ। ਠੀਕ ਹੈ ਜੀ, the line graph illustrates the regional household recycling rates in UK, Germany and France from 2005 to 2015। ਇੰਟਰੋਡਕਸ਼ਨ ਦੇ ਵਿੱਚ ਆਪਾਂ ਨੇ ਗ੍ਰਾਫ ਵੀ ਦੱਸ ਰਿਹਾ, ਗ੍ਰਾਫ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਦੱਸੀ ਆ ਉਹ ਵੀ ਦੱਸਤੀ, ਤੇ ਕੰਟਰੀਜ਼ ਦੇ ਨੇਮ ਵੀ ਮੈਂਸ਼ਨ ਕਰਤੇ, ਤੇ ਆਪਾਂ ਨੇ ਈਅਰਸ ਵੀ ਮੈਂਸ਼ਨ ਕਰਤੇ। ਆਪਾਂ ਨੇ ਸਾਰਾ ਕੁਝ ਉਹ ਦੇਤਾ, ਸਾਰੀ ਇੰਟਰੋਡਕਸ਼ਨ ਆਪਾਂ ਨੇ ਕੰਪਲੀਟ ਕਰਤੀ। ਇਹ ਕੀ ਆਪਣੀ ਐਕੂਰੇਟ ਇੰਟਰੋਡਕਸ਼ਨ ਹੈ। ਠੀਕ ਹੈ ਜੀ, ਸੋ ਇਸ ਤਰ੍ਹਾਂ ਤੁਸੀਂ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ। ਨੈਕਸਟ ਹੁਣ ਆਪਾਂ ਨੇ ਓਵਰਵਿਊ ਦੇਣਾ ਹੈ। ਟਾਸਕ 1 ਦੇ ਵਿੱਚ ਕਦੇ ਵੀ ਕੀ ਹੈ, ਕਨਕਲੂਜਨ ਨਹੀਂ ਹੁੰਦਾ, ਓਵਰਵਿਊ ਦੇਣਾ ਹੁੰਦਾ। ਠੀਕ ਹੈ ਫਰੈਂਡਸ, ਹੁਣ ਓਵਰਵਿਊ ਦੇ ਵਿੱਚ ਕੀ ਹੁੰਦਾ, ਨਾ ਤਾਂ ਤੁਸੀਂ ਡੇਟਸ ਮੈਂਸ਼ਨ ਕਰਨੀ ਹੈ,
ठीक है। ओवरव्यू च कदे भी ना तो तुसी डेट्स मैंशन करनी है, ना कदे नंबर, ना कदे कोई परसेंटेज, ना कोई फिर ईयर नूं मैंशन करना। ठीक है जी। सो आपां देखदे हां हुण ओवरव्यू किवें लिखिए, जिहनूं आपां इंट्रो तो बाद लिखना हुंदा ओवरव्यू अपना। ठीक है फ्रेंड्स। सो आपां ओवरव्यू देखदे हां। हुण ओवरव्यू च आपां ने इनकलूड की करने हुंदे मेन फीचर्स, भी ग्राफ दे विच मेन चीज़ां की हो रही ने जिहड़ियां अपनी अखां नूं इफैक्ट कर रही ने। ठीक है। हुण देखिया जावे जिहड़ियां मैं पहलां गल्लां दस्सियां ने की ने आ दो कंट्रीज़ दा वध रहा ते कंट्रीज़ च की हो रहा रेट है जिहड़ा डिक्रीज़ हो रहा। सो इस नूं ही आपां अपना ओवरव्यू बना दांगे। सो लिखना किद्दां देखदे हां। सिंपल द recycling rates of केड़ा यूके एंड जर्मनी showed a steady, भी जेड़ा थोड़ी थोड़ी चेंजिस होण, ये की है हौली हौली वध रहा है। ठीक है। बट पहला स्टडी है, बट की होया सिग्निफिकेंट राइज कदों ओवर द पीरियड, दिते हुए पीरियड दे विच 2000 इस तो बाद सारे पीरियड दे बाद उन्होंने की किया सिग्निफिकेंट राइज कर लिया। ठीक है। स्टडी एंड बट सिग्निफिकेंट राइज ओवर द पीरियड। ठीक है जी। पहला स्टडी रहे, फिर उन्होंने की करता सिग्निफिकेंटली वध गए दोने यूके ते जर्मनी। हुण अगे आपां इहनूं सेंटेंस नूं की ऐड कर दांगे, मैं तुहानूं दस्सिया सी आपां ने सेंटेंस थोड़ा जिहा इंप्रैसिव बनाउणा, आपां यूज़ कर लांगे इत्थे वाइल। ठीक है। हुण आपां ने दूजे दा भी दसना फ्रांस दा, सो आपां यूज़ कर दांगे वाइल the percentage of recycled waste in फ्रांस की गल कर रहे हैं, experienced downward trend। ठीक है जी। ये हो जाएगा थोड़ा ओवरव्यू सारा। पहला आपने की फीचर दसने होंगे, मेन फीचर्स दसने होंगे। पहला आपने यूके ते जर्मनी का दसता कि वो पहला स्टडी जे रहे, फिर उन्होंने राइज कर लिया ओवर द पीरियड। फिर आपने फ्रांस की गल करती, द परसेंटेज ऑफ रीसाइकल्ड वेस्ट इन फ्रांस, बस थोड़ा जिहा इन्हूं चेंज करता आपने। ठीक है। वेस्ट की गल करती, वेस्ट भी ठीक है जी। रीसाइकल्ड वेस्ट इन फ्रांस एंड एक ही कर रहा एक्सपीरियंस डाउनवर्ड ट्रेंड जहाँ डिक्लाइन हो रहा, जिमें भी थोनों अपने अकॉर्डिंग वर्डिंग है जी तुम चेंज कर सकते हो, बट फॉर्मेट अपने यही रखना है। इंट्रोडक्शन, फिर ओवरव्यू, ओवरव्यू च अपने मेन फीचर्स नूं डिस्क्राइब करना होंगे, मेन फीचर दसने होंगे, कोई नंबर नहीं, कोई डेट नहीं। ठीक है। कोई ईयर नहीं मैंशन करना, कोई परसेंटेज नहीं मैंशन करनी, नंबर्स नहीं मैंशन करने। ठीक है। ओवरव्यू दे विच हुण देखते हैं अपने BP1 ते BP2 किद्दां लिखना होंदा। हुण देखो जिहड़ा BP1 ते BP2 है वो आपां दो तरीके नाल लिख सकते हैं, जां तां बाय कंट्री वाइज अपने की किया भी एक कंट्री चक ली या दो कंट्रीज चक लिया, जिमें इन्हों का सेम है। ठीक है। दो कंट्रीज चक लिया भी जड़ियाँ वध रही ने, तो एक चक ली दूसरे BP च चक ली जी घट रही है। ठीक है। दूसरा तरीका की है, जां फिर आप चक सकते हैं बाय सिमिलर ट्रेंड्स। सिमिलर ट्रेंड्स मतलब कि एक BP च लिख दो भी इनक्रीज़ हो रहा, दूसरे च लिख दो भी डिक्रीज़ हो रहे हैं जोड़े रेट्स ने रीसाइकलिंग। सो आप दोनों तरीके नाल कर सकते हो, इदां दा कोई नहीं। आप दूसरे तरीके नाल करते हैं, दोनों तरीके बेस्ट ने जिस दे अकॉर्डिंग थोनों वधिया लगता। बट पहला की है तुसीं दिमाग दे विच पहलां ही सोच लेना भी आपने BP1 किस दा बनाउणा ते BP2 किस दा। ये नहीं भी स्टार्ट कर दो बाद सोचो भी इस चीज़ लिखना, इस चीज़ लिखना।
सो आप BP1 च की करांगे यूके ते जर्मनी का दस देंगे जिहड़े राइज हो रहे हैं, ठीक है जी। इस पॉइंट ते आके कितना हो गया, दैन एंड ये स्टार्टिंग ते एंड तो जरूर दसना ही दसना है। तो जो BP2 होगा नो डाउट वो थोड़ा छोटा बनूगा, इस कोई दिक्कत नहीं होंगी, ठीक है। उस भी आप दस देंगे की सीगा ये डिक्लाइन हो रहा सी तो फिर की हो गया, थोड़ा जिहा वध गया, ठीक है 2015 दे विच। सो इस तरह आप इसनूं डिस्क्राइब कर देंगे। पहला अपने पॉइंट्स देखना होंगे भी अपने बनाने किद्दां किद्दां होंदे आ, ठीक है फ्रेंड्स। ओके फ्रेंड्स, हुण देखो अपने BP1 बनाना, ठीक है। देख ध्यान नाल मैं जिहड़े फीचर्स कहे ने भी अपने उही डिस्क्राइब करने आ। आपां यूके ते जर्मनी नूं BP1 च लिखांगे इनक्रीज हो रहा, ठीक है। सो स्टार्ट किवें करांगे, इन 2005 हुण जदों BP बनाउणे तां इहदे विच की करना, अपने ईयर भी मैंशन करने आ, परसेंटेज भी मैंशन करनी ही करनी है, ठीक है। इन 2005 द रीसाइकलिंग रेट्स ऑफ द यूके एंड जर्मनी वर, ठीक है। हुण वर क्यों लग्या, क्योंकि दो की गल हो रही है। जे एक की गल करते आपां की लाउणा सी वॉज, हुण टेंस बहुत कम आने हैं, ठीक है। यूके एंड जर्मनी वर नीयरली तां कहा है क्योंकि ये की ने 35 ते 20% यूके ते जर्मनी का। हुण इधरों आपां देखिए की है, यह ऑलमोस्ट 35% है इत्थे, ते यह की है 20% है। नीयरली तां कहा भी वो नेड़े तेड़े है, ठीक है जी। एग्जैक्ट नहीं हैगा क्योंकि आप एक रफली जी पिक्चर बनाई है, बट जो थोड़ा ग्राफ होगा एग्जैक्ट फिगर्स दसे होंगे। अगर तुम नीयरली भी लिख दोगे, अप्रॉक्सीमेटली भी लिख दोगे, वो भी ठीक होंगे, ठीक है। सो हुण जो भी अपने दो फिगर्स यूज़ करने, 2% यूज़ करने, तो अपने नाल वर्ड लगाना होंगे रिस्पैक्टिवली, ठीक है। जे 1% है तो उत्थे गल खत्म, बट दो गल कर रहे हैं जो 2% आ गई तो आपने रिस्पैक्टिवली जो वर्ड है वो जरूर नाल दी नाल लगाना होंगे, ठीक है। सो फस्ट लाइन अपने की करती, एक तो अपने 35% तो एक 20% यूके ते जर्मनी का रीसाइकलिंग रेट दसदा की है वो नीयरली इन्ना तो इन्ना, ठीक है। सिंपल, इन 2005 द रीसाइकलिंग रेट्स ऑफ द यूके एंड जर्मनी वर नीयरली 35 एंड 20% रिस्पैक्टिवली। लाइन्स भावें सिंपल होण बट रैपीटिशन ना हो, ठीक है। कोई भी रिपीट नहीं होनी चाहिए अपनी लाइन। नैक्सट हुण जर्मनीज रेट इनक्रीजड शार्पली, की कहते जर्मनी का जो रेट है इनक्रीज हो गया शार्पली थ्रू आउट द पीरियड एंड रीचिंग ऑलमोस्ट 60%, ठीक है गल, ठीक है। की हो गया ऑलमोस्ट कितना हो गया 60% थ्रू आउट द पीरियड, बाकी जो पीरियड रह गया ਉਹਦੇ ਵਿੱਚ, ठीक है जी। की कहा अपने जर्मनी का जो रेट है शार्पली वध गया, ठीक है। इत्थे तक स्टैडी जिहा रहा, फिर की हो गया शार्पली इनक्रीज हो गया, वध गया, ठीक है। सो की बन गया जर्मनीज रेट इनक्रीजड, ठीक है। मैं लाइन्स थोनों दसिया सी किवें अपने वर्ब लगाने है, किवें सबजैक्ट दे नाल सेंटेंस बनाना है, ठीक है। सो उसनों पहला देखो जो अपने फस्ट डे थोनों क्लास दी सी वो जरूर देखियो, ठीक है। शार्पली थ्रू आउट द पीरियड एंड रीचिंग ऑलमोस्ट 60%, ठीक है जी। इन द एंड ऑफ द पीरियड, ठीक है। यह की है थोड़ा एंड ऑफ द पीरियड है, मैं की कहा से स्टार्टिंग ते एंड अपने जरूर मैंशन करना। सो एंड ऑफ द पीरियड की अपना 2015 है। नैक्सट, द परसेंटेज ऑफ रिसाइकल्ड वेस्ट इन यूके ग्रू टू 40%, ठीक है, इन 2007 की हो गया, कहते ये 35 तो की होगी यूके की 40% होगी, पता ही है। हुण आपां नूं इधर नूं वधदी जा रही है तो ये ऑलमोस्ट 40% होगी। रिमेनड स्टेबल अंटिल 2009 तक कहते की रही, क्योंकि इत्थे की रह रही है स्टेबल रह गया। हुण आपां ने पहला स्टैडी वर्ड यूज़ कर लिया सी, हुण आपां वर्ड यूज़ करता स्टेबल, ठीक है जी। रिमेनड स्टेबल या कॉन्सटेंट आप कोई भी वर्ड्स इतने अलग अलग यूज़ कर सकते हैं। की कहता उन्होंने द परसेंटेज ऑफ रिसाइकल्ड वेस्ट इन यूके ग्रू टू 40%, 40%, ठीक है। बाय आप उदों यूज़ करते होंगे जिन्ने नाल वधिया होवे, जिन्ना हो गया तो आप यूज़ करना टू, भी टू कितना हो गया इत्थे 40% हो गया तो आपने टू यूज़ किया, ठीक है। इन 2007 एंड रिमेन स्टेबल, कदों तक स्टेबल रही 2009 दे विच, ठीक है जी। इन्ना क अपने डिस्क्राइब करता। उस तो बाद हले अपना कंप्लीट नहीं होया, इस तो बाद नैक्सट देखो हले जिहड़ियां बाकी फिगर्स रह गई आपां उसनूं भी इहदे विच ऐड करांगे, ठीक है जी। ये आपां 2009 तक दस्सिआ।
ओके फ्रेंड्स हुण देखो ये भी PP1 च ही आऊगा। मैं पहला 2009 तक की गल की सी, हुण नैक्सट ठीक है। ड्यूरिंग 2009 to 2011 इट एक्सपीरियंसड अ रैपिड सर्ज टू मोर दैन 50%। एंड ये की कहा गया है 2009 तो 11 ਦੇ ਵਿੱਚ ਕੀ ਕਿਹਾ, ਇੱਕ ਰੈਪਿਡ ਸਰਜ ਹੋਇਆ ਵੀ ਤੇਜ਼ੀ ਨਾਲ ਕੀ ਹੋਇਆ, ਸਰਜ ਵੀ ਹੁੰਦਾ ਕਿ ਵਧਣਾ, ਠੀਕ ਹੈ। ਪਹਿਲਾਂ ਆਪਾਂ ਨੇ ਰੈਪਿਡ ਇਨਕਰੀਜ਼, ਸਿਗਨੀਫੀਕੈਂਟ ਇਨਕਰੀਜ਼, ਇਸ ਤਰ੍ਹਾਂ ਦੇ ਵਰਡ ਯੂਜ਼ ਕੀਤੇ। ਸੋ ਡਿਫਰੈਂਟ ਵਰਡਸ ਯੂਜ਼ ਕੀਤੇ ਨੇ, ਕਿਤੇ ਵੀ ਰੈਪੀਟੇਸ਼ਨ ਨਹੀਂ ਹੋਣੀ ਚਾਹੀਦੀ। ਇੱਥੇ ਆਪਾਂ ਨੇ ਕੀ ਕਹਤਾ, ਇਟ ਐਕਸਪੀਰੀਅੰਸਡ ਅ ਰੈਪਿਡ ਸਰਜ ਟੂ ਮੋਰ ਦੈਨ 50%। 2009 ਤੇ 11 ਤੇ ਆ ਗਏ, ਠੀਕ ਹੈ, 50%, ठीक है जी। ये मोर दैन की हो गया 50% हो गया। उस तो बाद की गल कर रहे हैं, एंड एस्टिमेटेड विद द ग्रैजुअल इंक्रीज टू 60% इन 2015, ठीक है। की हो रहा है 60% तो भी की हो रहा ने, ये ग्रैजुअल इंक्रीज हो रहा है टू 60% हो गए ने 2015 ਦੇ ਵਿੱਚ ਜਾ ਕੇ। टू ਦਾ मतलब है जिन्ना हो गए, बाय ਦਾ मतलब जिन्ने नाल वध के होए ने, ठीक है। टू ਦਾ मतलब ਇਹ ਹੁੰਦਾ ਕਿ ਹੁਣ ਇਹ ਕੀ ਨੇ 60% ਤੇ ਨੇ ਦੋਨੇ, ਜਰਮਨੀ ਤੇ UK। ਸੋ ਆਪਾਂ ਨੇ ਕੀ ਦੱਸਿਆ ਵੀ ਐਂਡ ਦੇ ਵਿੱਚ ਕੀ ਹੋਇਆ ਇਹਨਾਂ 'ਚ ਗ੍ਰੈਜੂਅਲ ਇਨਕਰੀਜ਼ ਹੋ ਰਹੀ ਹੈ। ਇੱਥੇ ਆਪਾਂ ਨੇ ਰੈਪਿਡ ਸਰਚ ਕਹਿਤਾ। ਸੋ ਇਸ ਤਰ੍ਹਾਂ ਦੇ ਆਪਾਂ ਨੇ ਡਿਫਰੈਂਟ ਵਰਡਸ ਯੂਜ਼ ਕਰਤੇ। ਮੋਰ ਦੈਨ 50% ਹੋ ਗਈ, ठीक है। 2009 तो ਉਹਦੇ ਵਿੱਚ ਕੀ ਦੱਸਦਾ, ਇਹ ਕੀ ਹੋ ਗਈ, ਥੋੜਾ ਜਿਹਾ ਗ੍ਰਾਫ ਉਹ ਹੈ, ਆਪਾਂ ਐਸਟੀਮੇਟਡ ਫਿਗਰ ਲੈ ਕੇ ਚੱਲ ਰਹੇ ਹਾਂ, ਠੀਕ ਹੈ। ਸੋ ਇਹ ਕੀ ਹੋ ਗਈ 50% ਤੋਂ ਜ਼ਿਆਦਾ ਹੋ ਗਈ, ठीक है जी। आ देखो 2011 इत्थे आ रहा है तो इत्थे की है 50 तो अबव ही है। सो इस तरह तुसी फिगर्स नाल तुसी इत्थे एस्टिमेटेड फिगर्स लगाइया गई, ठीक है। एंड एस्टिमेटेड विद द ग्रैजुअल इनक्रीज की हो गई 60% तो वध गए दोने जने 2015 दे विच, ठीक है जी। सो मैं फिर दस रही टू उदों लगता जदों जिन्ने हो गई होवे फिगर, जिवें 60% हो गई, बाय उदों लगना है जदों जिन्ने परसेंट नाल इनक्रीज होया। मान लो 30% नाल इनक्रीज होया तो बाय 30% आपां यूज़ कर देंगे। हुण टू उदों यूज़ करते हैं जिन्नी फिगर हो गई होवे। टू 60% लगाया क्योंकि ये दोनों की ने 60 ने, ठीक है जी। हुण आपां लिखना है पैराग्राफ 2, ठीक है, BP बॉडी पैराग्राफ 2। उस आपां लिखांगे फ्रांस बारे। ओके फ्रेंड्स हुण जिहड़ा अपना BP2 है उस आपां ने फ्रांस का दसना है, ठीक है। सो फ्रांस च की है जिहड़ा अर्ली दे विच है की है 50% है। उस तो बाद की हो गया, ये डिक्रीज़ हो गया, इत्थे एक पहुँच गया 30% ते हो गया, ठीक है। सो इस तरह आपां ने देखना है कि किद्दां किद्दां जिहड़ियां हो आउंदियां रहियां। इत्थे 2013 च जाके बिल्कुल की हो गया, ये 30%, ऑलमोस्ट 30% कह दिए या 30% तो भी घट गया, ठीक है। फिर 2015 च जाके की होया 10% नाल इनक्रीज़ होया, ठीक है फ्रेंड्स। तो आपां देखते हैं इन अर्ली 2005 द रीसाइकलिंग रेट ऑफ फ्रांस, हुण एक दी गल हो रही है, आपां यूज़ करता वॉज द हाईएस्ट अमंग दीज 3 कंट्रीज, ठीक है जी। तिन्ना चो की है जिहड़ा फ्रांस दा अर्ली दे विच की है रेट की है सब तो ज़्यादा है, ठीक है। फिर की होया हाउ एवर इट ड्रामेटिकली डिक्लाइन, ठीक है। फिर की हो गया इक्को लखत की हो गया घट गया, ठीक है जी। डिक्लाइन टू 30%, कितना रह गया 30% रह गया, किहड़े ईयर दे विच 2013 दे विच, ठीक है जी। सो ऑलमोस्ट 30% है, ठीक है। इत्थे कि बनता 30%, सो आप इत्थों ला के चल सकते हैं, ठीक है भी ये की है 30% रह गया। दैन देयर वॉज अ ग्रोथ ऑफ 10%, फिर की हुई कहते इस 10% नाल ग्रोथ हुई। रीसाइकलिंग रेट वॉज द लोवेस्ट, पहला की क्या ग्रोथ हो गई 10% नाल, ठीक है, 40% हो गया, ठीक है। बट फ्रांस रीसाइकलिंग रेट वॉज द लोएस्ट इन द एंड ऑफ द पीरियड, ठीक है। ये की है बाकियां नाल लोएस्ट है तो सिंपल है। सिंपल पहला तुसीं दस्सिया भी अर्ली दे विच 50% सीगा, ठीक है, सारियां तो वध सी जे तिन्ना कंट्रीज नाल कंपैरिजन किया जाए। फिर की हो गया कहते वो डिक्लाइन होया, ड्रामेटिकली होया, क्योंकि की होया ज़्यादा उस गिरावट आई, घटिया कितना हो गया 30%, ठीक है। फिर कहते 10% नाल वधिया एंड च, ठीक है, इन द ऑफ द पीरियड, एंड ऑफ द पीरियड, ठीक है। सो की हो गया 2015 च 10% नाल वध गया, बाकियां नालों की सी घट सीगा। सिंपल है फ्रांस का, सिंपल आपां ने की यूज़ करता उस वॉज वर आ गए सी, 2 कंट्रियां आ गए, इत्थे आपां ने वॉज दे नाल कोई भी जी सेंटेंस है रिपीट नहीं हो रहा, चाहे सिंपल हो बट रैपीटेशन नहीं होनी चाहिए, ठीक है फ्रेंड्स।
सो ये हुंदा तुसी टास्क 1 इस तरह अटैम्प्ट करना हुंदा, ठीक है। हुण जिवें मैं तुहानूं दस्सी जा रही हूँ भी BP1 BP2 ਜਿਹੜੇ ਬੱਚੇ ਸਟਾਰਟਿੰਗ ਤੋਂ ਕਰ ਰਹੇ ਆ, ਠੀਕ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਸੋ ਤੁਸੀਂ ਜਿਹੜੇ ਹੁਣ ਪੈਰਾਗ੍ਰਾਫ ਲਿਖੇ ਨੇ ਆਪਣੇ 4 ਉਹਦੇ ਅੱਗੇ ਇਹ ਨਹੀਂ ਹੈਗਾ ਵੀ ਇੰਟਰੋਡਕਸ਼ਨ ਦਾ ਹੈਡਿੰਗ ਦੇ ਦੂੰ, ਫਿਰ ਤੁਸੀਂ ਪੈਰਾਗ੍ਰਾਫ ਲਿਖ ਰਹੇ ਹੋ, ਫਿਰ ਓਵਰਵਿਊ ਦੇਤਾ ਹੈਡਿੰਗ, ਫਿਰ ਤੁਸੀਂ ਪੈਰਾਗ੍ਰਾਫ ਲਿਖ ਰਹੇ ਹੋ, ਫਿਰ BP1 ਲਿਖਤਾ, ਫਿਰ ਤੁਸੀਂ ਇਹ ਪੈਰਾਗ੍ਰਾਫ ਲਿਖ ਰਹੇ ਹੋ, ਫਿਰ BP2 ਦੇਤਾ, ਫਿਰ ਤੁਸੀਂ ਪੈਰਾਗ੍ਰਾਫ ਲਿਖ ਰਹੇ ਹੋ। इस तरह कुछ नहीं लिखना हैगा, तुसी ना तो इंट्रोडक्शन लिखनी है, जस्ट स्टार्ट पैराग्राफ करना है, द लाइन ग्राफ शोज द, ठीक है, ना ओवरव्यू लिखना अगे, जस्ट तुसी स्टार्ट कर देना, ठीक है जी। BP1 भी नहीं अगे लिखना, नैक्सट पैराग्राफ स्टार्ट कर देना, ना BP2 लिखना है, वो भी नैक्सट पैराग्राफ स्टार्ट कर देना, मतलब कि सीक्वेंस वाइज चलता रहूगा इस तरह ही। तो एक लाइन पैराग्राफ लिखण तो बाद हमेशा छड्डनी है, जिवें पैराग्राफ कंप्लीट हो गया उस तो बाद एक लाइन छड्डनी है, जिहड़ा भी पैराग्राफ कंप्लीट हो गया एक लाइन छड्डनी ही छड्डनी है, ठीक है जी। सो ये सीगा तुहाडा टास्क 1, तुसीं टास्क 1 नूं किद्दां अटैम्प्ट कर सकदे हो, किस तरह तुसीं अपने वर्ड्स बना सकते हो, ठीक है। सेंटेंस जरूरी नहीं भी तुसीं यही फॉलो करना है, तुसीं हुण अज तुहाडा टास्क 1 का कोई होमवर्क नहीं हैगा, तुसीं की करना है सिर्फ यही ग्राफ नूं देखना है, तो तुसीं देखना इस नूं असीं होर किस तरीके नाल लिख सकते हैं, ठीक है जी। सो तुसीं इस तो भी वधिया लिख सकते हो, पहलां इहनूं चंगी तरह पढ़ो भी इह होया की है, सो आपां किद्दां किद्दां इस सेंटेंस बना सकते हैं, ठीक है फ्रेंड्स। हुण है टास्क 2। टास्क 2 ਆਪਾਂ ਕਰਾਂਗੇ ਐਡਵਾਂਟੇजेस ਤੇ डिसएडवांटेजेस ऐसे, ठीक है। ਉਹਦੀ सिर्फ ਆਪਾਂ ਲਿਖਣੀ ਸਿੱਖਾਂਗੇ इंट्रोडक्शन, क्योंकि मेन की है इंट्रोडक्शन। इंट्रोडक्शन ਦੇ ਵਿੱਚ ਹੁਣ ਤੁਹਾਨੂੰ ਕੀ ਹੈ 3 ਪੁਆਇੰਟ ਲਿਖਣੇ ਆ ਅਗਰ ਐਡਵਾਂਟੇजेस ਤੇ डिसएडवांटेजेस ऐसे कर रहे हैं ਆਪਾਂ। ਐਡਵਾਂਟੇजेस ਹੁੰਦੇ ਨੇ ਫਾਇਦੇ ਐਂਡ डिसएडवांटेजेस ਨੁਕਸਾਨ, ठीक है। डिसएडवांटेजेस ऐसे पहला की लिखनी होंदी तुसी जर्नल लाइन। जर्नल लाइन मतलब की होंदी है थोड़ी पैराफ्रेज करनी है, जिहड़ी भी तुहानू स्टेटमेंट आ गई उन्होंने की करना होंदा पैराफ्रेज करना होंदा, ठीक है जी। नैक्सट उहदे बाद जिहड़ी सैकेंड आपां पॉइंट की देखना होंदा उस तो बाद एक एडवांटेज देना एक डिसएडवांटेज देना, ठीक है। मेन एडवांटेज ते मेन डिसएडवांटेज। जे कोई भी स्टेटमेंट है वह अपने किवें लिखना, पहला पैराफ्रेज कर दो स्टेटमेंट नूं, फिर की कर दो एक एडवांटेज तो एक डिसएडवांटेज दे दो, थर्ड नंबर ते तुसी अपना ओपीनियन देना हुंदा, ठीक है जी। सो इस तरह करना ਜਦੋਂ भी ਤੁਹਾਨੂੰ ਕਦੇ ਐਡਵਾਂਟੇजेस ਤੇ डिसएडवांटेजेस ऐसे ਆਉਂਦਾ, ਪਹਿਲਾਂ ਆਪਾਂ ਨੇ ਪੈਰਾਫਰੇਜ਼ ਕਰਤਾ ਕੁਐਸਚਨ ਸਟੇਟਮੈਂਟ ਨੂੰ, ਫਿਰ ਐਡਵਾਂਟੇਜ ਲਿਖਣੀ ਹੈ ਇੱਕ ਮੇਨ, ਇੱਕ ਫਿਰ डिसएडवांटेज, ਉਸ ਤੋਂ ਬਾਅਦ ਓਪੀਨੀਅਨ, ਠੀਕ ਹੈ। ਓਪੀਨੀਅਨ ਜਦੋਂ ਲਿਖਣਾ ਇਨ ਮਾਈ ਓਪੀਨੀਅਨ, ਜਿਹੜਾ ਐਗਜ਼ਾਮੀਨਰ ਹੁੰਦਾ ਉਹ ਇਸੇ ਪੈਟਰਨ ਨੂੰ ਫੋਲੋ ਕਰਦਾ, ਉਹ ਪਹਿਲਾਂ ਦੇਖਦਾ ਵੀ ਪੈਰਾਫਰੇਜ਼ ਕੀਤਾ ਹੋਇਆ, ਠੀਕ ਹੈ। ਉਸ ਤੋਂ ਬਾਅਦ ਉਹ ਦੇਖਦਾ ਮੇਨ ਐਡਵਾਂਟੇਜ ਮੇਨ ਮੈਰਿਡ ਜਾਂ ਡੀਮੈਰਿਡ ਲਿਖਿਆ ਹੋਇਆ, ਫਿਰ ਉਹ ਦੇਖਦਾ ਵੀ ਓਪੀਨੀਅਨ। सो तुसीं उसनूं पहलां ही क्लीयर कर दो भी मैं, ठीक है, पहलां पैराफ्रेज करता फिर एडवांटेज डिसएडवांटेज लिखता, इन माई ओपीनियन करके लिख दो भी हाँ इत्थे मैं अपना ओपीनियन है जिहड़ा क्लीयर करता, ताकि जिहड़ा एग्जामिनर है उन्होंने कोई प्रॉब्लम ना होवे, उन्होंने लगे भी हाँ जिहड़ा ऐसे है बिल्कुल पैटर्न के अकॉर्डिंग लिखा होया, बिल्कुल उन्हें फॉलो किया होया स्टूडेंट ने, ठीक है फ्रेंड्स। इस तरह तुसीं स्कोर बहुत वधिया कर सकते हो। सो हुण आपां करदे हां एक एग्जाम्पल। ओके फ्रेंड्स, ये अपना टास्क 2, ठीक है, एडवांटेजेस ते डिसएडवांटेजेस ऐसे, जिस दे विच दस्सिया गया कि जिहड़े यूनीवर्सिटी स्टूडेंट्स है उन्हां दी की है जिहड़ी मात्रा वध रही है, वो की कर रहे हैं अब्रॉड जा रहे हैं स्टडी करने लई, ठीक है जी। ਇਹਦੇ ਜਿਹੜੇ ਐਡਵਾਂਟੇजेस ਨੇ, ठीक है, एडवांटेजेस ऑफ स्टडिंग अब्रॉड आउटवे द डिसएडवांटेजेस, भी ਜਿਹੜੀਆਂ ਇਹਦੇ ਐਡਵਾਂਟੇजेस ਨੇ ਜਿਹੜੇ ਇਹਦੇ ਫਾਇਦੇ ਨੇ ਉਹ ਨੁਕਸਾਨ ਨੂੰ ਜਿਹੜੇ ਵੀ ਨੁਕਸਾਨ ਹੁੰਦੇ ਆ डिसएडवांटेज ਹੁੰਦੇ ਆ ਵੀ ਜਿਹੜੀਆਂ ਘੱਟ ਉਹ ਹੁੰਦੇ ਆ ਉਹਨੂੰ ਕਵਰ ਕਰ ਲੈਣਗੇ, ठीक है। की कहा डू द एडवांटेजेस ऑफ स्टडिंग अब्रॉड आउटवे द डिसएडवांटेजेस, भी ਜਿਹੜੀਆਂ ਐਡਵਾਂਟੇजेस ਨੇ ਫਾਇਦੇ ਨੇ ਉਹ ਉਹਨਾਂ ਨੂੰ ਲੁਕਾ ਲੈਣਗੇ ਜਿਹੜੇ ਉਹਨਾਂ ਦੇ ਨੁਕਸਾਨ ਨੇ, ठीक है, ਵੀ ਲੁਕਾ ਸਕਦੇ ਆ। ਸੋ ਆਪਾਂ ਹੁਣ ਕੀ ਲਿਖਣਾ, ਆਪਾਂ ਨੂੰ ਪਤਾ ਵੀ ਐਡਵਾਂਟੇजेस ज़्यादा ने, ठीक है,
ਤੁਸੀਂ ਦੋਨੇ ਤਰੀਕੇ ਨਾਲ ਲਿਖ ਸਕਦੇ ਹੋ। ਐਡਵਾਂਟੇजेस ਹੀ ਜ਼ਿਆਦਾ ਨੇ। ਆਪਾਂ ਨੇ ਕੀ ਹੁਣ ਕਰਨਾ, ਪਹਿਲਾਂ ਇਹਨੂੰ ਜਿਹੜੀ ਇੰਨੀ ਕੁ ਸਟੇਟਮੈਂਟ ਹੈ ਇਹ ਤਾਂ ਆਪਾਂ ਨੇ ਦੇਖਣਾ ਹੀ ਨਹੀਂ, ਠੀਕ ਹੈ, ਇੱਥੇ ਤੱਕ ਤਾਂ ਆਪਾਂ ਛੱਡ ਦੋ ਹਲੇ। ਸਿਰਫ ਆਪਾਂ ਨੇ ਫਸਟ ਆਹ ਸਟੇਟਮੈਂਟ ਦੇਖਣੀ ਤੇ ਇਹਨੂੰ ਕੀ ਕਰਨਾ, ਪੈਰਾਫਰੇਜ਼ ਕਰਨਾ, ਠੀਕ ਹੈ। ਪੈਰਾਫਰੇਜ਼ ਮਤਲਬ ਕਿ ਜਰਨਲ ਸਟੇਟਮੈਂਟ, ਜਿਹੜੀ ਆਪਣੀ ਜਰਨਲ ਲਾਈਨ ਹੁੰਦੀ ਹੈ ਪਹਿਲਾਂ। ਸੋ ਹੁਣ ਯੂਨੀਵਰਸਿਟੀ ਸਟੂਡੈਂਟਸ ਆਰ ਇਨਕਰੀਜ਼ਿੰਗਲੀ ਸਟੱਡਿੰਗ ਅਬਰੋਡ ਐਜ਼ ਪਾਰਟ ਆਫ ਦੇਅਰ ਸਟੱਡਿੰਗ, ਠੀਕ ਹੈ। ਸੋ ਆਪਾਂ ਨੇ ਇਸ ਨੂੰ ਕੀ ਕਿਹਾ, ਮੈਨੀ ਯੂਨੀਵਰਸਿਟੀ ਸਟੂਡੈਂਟਸ, ਸਿੰਪਲ ਹੀ ਹੈ, ਆਪਾਂ ਨੇ ਸਿਰਫ ਮੈਨੀ ਐਡ ਕਰਤਾ। ਰੂਟੀਨਲੀ ਸਟੱਡੀ ਇਨ ਅਦਰ ਇੰਸਟੀਟਿਊਟਸ, ਠੀਕ ਹੈ, ਅਰਾਊਂਡ ਦਾ ਵਰਲਡ ਐਜ਼ ਪਾਰਟ ਆਫ ਦੇਅਰ ਡਿਗਰੀਜ਼। ਸਿੰਪਲ ਆਪਾਂ ਨੇ ਇਸ ਨੂੰ ਪੈਰਾਫਰੇਜ਼ ਕਰਤਾ, ਮੈਨੀ ਯੂਨੀਵਰਸਿਟੀ ਸਟੂਡੈਂਟ ਰੂਟੀਨਲੀ ਸਟੱਡੀ ਇਨ ਅਦਰ ਇੰਸਟੀਟਿਊਟਸ, ਠੀਕ ਹੈ, ਅਰਾਊਂਡ ਦਾ ਵਰਲਡ, ਮਤਲਬ ਕਿ ਇਨ ਅਦਰ ਇੰਸਟੀਟਿਊਟ ਆਪਾਂ ਇੱਥੇ ਗੱਲ ਕਰ ਰਹੇ ਹਾਂ ਅਬਰੋਡ ਐਜ਼ ਅ ਪਾਰਟ ਆਫ ਦੇਅਰ ਸਟੱਡੀਜ਼, ਠੀਕ ਹੈ। ਅਦਰ ਇੰਸਟੀਟਿਊਟ ਅਰਾਊਂਡ ਦਾ ਵਰਲਡ ਹੋ ਗਿਆ ਕਿ ਹੋਰ ਇੰਸਟੀਟਿਊਟ ਦੀ ਗੱਲ ਕਰ ਰਹੇ ਹਾਂ। ਕੀ ਕਹਿ ਰਹੇ ਨੇ, ਮੈਨੀ ਯੂਨੀਵਰਸਿਟੀ ਸਟੂਡੈਂਟਸ ਰੂਟੀਨਲੀ ਸਟੱਡੀ ਇਨ ਅਦਰ ਇੰਸਟੀਟਿਊਟਸ ਅਰਾਊਂਡ ਦਾ ਵਰਲਡ। ਰੂਟੀਨਲੀ ਮਤਲਬ ਕਿ ਜ਼ਿਆਦਾਤਰ ਸਟੱਡੀ ਉਹ ਕੀ ਕਰਦੇ ਨੇ, ਅਦਰ ਇੰਸਟੀਟਿਊਟ ਐਜ਼ ਪਾਰਟ ਆਫ ਦੇਅਰ ਡਿਗਰੀਜ਼, ਠੀਕ ਹੈ। ਇਹ ਸਿਰਫ ਆਪਾਂ ਨੇ ਇੱਥੇ ਵਰਡ ਯੂਜ਼ ਕਰਤਾ, ਕੀ ਕਰਦੇ ਨੇ ਵੀ ਪਾਰਟ ਆਫ ਦੇਅਰ ਡਿਗਰੀਜ਼, ਜਿਹੜੇ ਕੀ ਨੇ ਸਟੱਡਿੰਗ ਕਰਨਾ ਚਾਹੁੰਦੇ ਨੇ ਅਬਰੋਡ ਦੇ ਵਿੱਚ ਹੀ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ, ਠੀਕ ਹੈ। ਸਿਰਫ ਆਪਾਂ ਨੇ ਪੈਰਾਫਰੇਜ਼ ਕੀਤਾ, ਹੋਰ ਕੁਝ ਵੀ ਇਸ 'ਚ ਚੇਂਜਿਸ ਨਹੀਂ ਕੀਤੀਆਂ, ਸਿਰਫ ਆਹ ਲਾਈਨ। ਇਸ ਨੂੰ ਤੁਸੀਂ ਆਪਣੇ ਤਰੀਕੇ ਨਾਲ ਵੀ ਕਰ ਸਕਦੇ ਹੋ ਵੀ ਕੀ ਹੈ, ਜਿਹੜੇ ਅੱਜ ਕੱਲ੍ਹ ਜ਼ਿਆਦਾ ਸਟੂਡੈਂਟਸ ਨੇ ਅਬਰੋਡ ਪਸੰਦ ਕਰਦੇ ਨੇ, ਠੀਕ ਹੈ। ਤੁਸੀਂ ਟਰਸ਼ਰੀ ਐਜੂਕੇਸ਼ਨ ਵਰਡ ਯੂਜ਼ ਕਰ ਸਕਦੇ ਹੋ ਵੀ, ਠੀਕ ਹੈ। ਸਟੂਡੈਂਟਸ ਕੀ ਨੇ ਇਨਕਰੀਜ਼ ਹੋ ਰਿਹਾ, ਇਹਨਾਂ ਦੀ ਨੰਬਰ ਆਫ ਨਾਓ ਆ ਡੇਜ਼ ਤੋਂ ਸਟਾਰਟ ਕਰ ਸਕਦੇ ਹੋ ਵੀ ਅੱਜ ਕੱਲ੍ਹ ਜਿਹੜੇ ਸਟੂਡੈਂਟਸ ਨੇ ਕੀ ਕਰ ਰਹੇ ਨੇ, ਜ਼ਿਆਦਾ ਤੋਂ ਜ਼ਿਆਦਾ ਮਾਈਗ੍ਰੇਟ ਹੋ ਰਹੇ ਨੇ, ਠੀਕ ਹੈ, ਫੋਰਨ ਕੰਟਰੀਜ਼ 'ਚ, ਜਿਵੇਂ ਵੀ ਤੁਹਾਨੂੰ ਈਜ਼ੀ ਲੱਗਦਾ, ਠੀਕ ਹੈ। ਤੁਸੀਂ ਉਸ ਅਕੋਰਡਿੰਗ ਆਪਣੀ ਵਰਡਿੰਗ 'ਚ ਲਿਖਣਾ, ਠੀਕ ਹੈ। ਤੇ ਇੱਕ ਗੱਲ ਹੋਰ ਹੈ, ਠੀਕ ਹੈ, ਜੇ ਹੁਣ ਤੁਸੀਂ ਚਾਹੁੰਦੇ ਹੋ ਵੀ ਅਸੀਂ ਸਕੋਰ ਲਈਏ ਤਾਂ ਤੁਹਾਨੂੰ ਟੈਂਸਿਸ ਚੰਗੀ ਤਰ੍ਹਾਂ ਸਿੱਖਣੇ ਪੈਣਗੇ। ਸੋ ਟੈਂਸਿਸ ਦੀ ਵੀਡੀਓ ਜੇ ਨਹੀਂ ਤੁਹਾਨੂੰ ਕਲੀਅਰ ਤਾਂ ਦੁਬਾਰਾ ਦੇਖੋ, ਕਿਉਂਕਿ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਆਪਾਂ ਨੂੰ ਆਉਂਦਾ, ਬਟ ਜਦੋਂ ਆਪਾਂ ਐਗਜ਼ਾਮ ਹੁੰਦਾ ਜਾਂ ਕੋਈ ਟੈਸਟ ਹੁੰਦਾ ਉਦੋਂ ਆਪਾਂ ਨੂੰ ਫੀਲ ਹੁੰਦਾ ਵੀ ਜੇ ਆਪਾਂ ਪੜ੍ਹ ਲੈਂਦੇ ਤਾਂ ਜ਼ਿਆਦਾ ਵਧੀਆ ਹੁੰਦਾ, ਠੀਕ ਹੈ। ਸੋ ਉਸ ਟਾਈਮ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਉਸ ਟਾਈਮ ਰਿਗਰੈਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਉਸ ਤੋਂ ਪਹਿਲਾਂ ਹੀ ਆਪਾਂ ਪ੍ਰਿਪੇਅਰ ਹੋ ਕੇ ਜਾਓ, ਠੀਕ ਹੈ। ਸੋ ਹੁਣ ਇਸ 'ਚ ਆਪਾਂ ਨੇ ਕੁਝ ਨਹੀਂ ਕੀਤਾ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਤੁਸੀਂ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਵੀ ਮਾਈਗ੍ਰੇਟ ਹੋ ਰਹੇ ਨੇ, ਸਟੱਡੀ ਦੇ ਰਿਗਾਰਡਿੰਗ ਹੋ ਰਹੇ ਨੇ, ਨਾਓ ਆ ਡੇਜ਼ ਇਹ ਕੀ ਇੱਕ ਬਣ ਗਿਆ, ਠੀਕ ਹੈ, ਟਰੈਂਡ ਬਣ ਗਿਆ, ਜਿਵੇਂ ਵੀ ਤੁਹਾਨੂੰ ਸਿੰਪਲ ਲੱਗਦਾ, ਬਟ ਇਹਨੂੰ ਪੈਰਾਫਰੇਜ਼ ਕਰਨਾ, ਮੀਨਿੰਗ ਸੇਮ ਨਿਕਲਣਾ ਚਾਹੀਦਾ, ਠੀਕ ਹੈ। ਸੋ ਇਹਦਾ ਮੀਨਿੰਗ ਸੇਮ ਨਿਕਲ ਰਿਹਾ, ਮੈਨੀ ਯੂਨੀਵਰਸਿਟੀ ਸਟੂਡੈਂਟ ਰੂਟੀਨਲੀ ਸਟੱਡੀ ਇਨ ਅਦਰ ਇੰਸਟੀਟਿਊਟਸ ਅਰਾਊਂਡ ਦਾ ਵਰਲਡ ਐਜ਼ ਪਾਰਟ ਆਫ ਦੇਅਰ ਡਿਗਰੀਜ਼, ਠੀਕ ਹੈ ਜੀ। ਅਰਾਊਂਡ ਦਾ ਵਰਲਡ ਅਦਰ ਇੰਸਟੀਟਿਊਟ ਦੀ ਗੱਲ ਹੋ ਗਈ, ਮਤਲਬ ਕਿ ਅਬਰੋਡ ਦੀ ਗੱਲ ਹੋ ਗਈ, ਠੀਕ ਹੈ ਜੀ। ਹੁਣ ਨੈਕਸਟ ਆਪਾਂ ਨੇ ਆਹ ਸਟੇਟਮੈਂਟ 'ਚ ਮੈਂ ਇਸ ਤੋਂ ਬਾਅਦ ਕੀ ਕਿਹਾ ਤੁਹਾਨੂੰ, ਜਰਨਲ ਸਟੇਟਮੈਂਟ, ਫਿਰ ਆਪਾਂ ਨੇ ਕੀ ਲਿਖਣੀ ਹੈ, ਮੇਨ ਐਡਵਾਂਟੇਜ ਤੇ ਇੱਕ ਡਿਸਐਡਵਾਂਟੇਜ। ਫਿਰ ਹੁਣ ਆਪਾਂ ਇਸ ਤੋਂ ਬਾਅਦ ਕੰਟੀਨਿਊਸ ਕਰਾਂਗੇ ਇੱਥੋਂ ਐਡਵਾਂਟੇਜ ਤੇ ਡਿਸਐਡਵਾਂਟੇਜ ਲਿਖਣੀ, ਠੀਕ ਹੈ ਜੀ। ਮੈਂ ਇੱਕ ਵਾਰੀ ਰੀਜ਼ ਕਰ ਦਿੰਦੀ ਹਾਂ, ਇੱਕੋ ਹੀ ਪੈਰਾਗ੍ਰਾਫ ਬਣਾਉਣਾ ਤਿੰਨੇ ਚੀਜ਼ਾਂ ਦਾ, ਠੀਕ ਹੈ। ਜਰਨਲ ਸਟੇਟਮੈਂਟ, ਮੇਨ ਐਡਵਾਂਟੇਜ ਡਿਸਐਡਵਾਂਟੇਜ ਤੇ ਤੁਹਾਡਾ ਓਪੀਨੀਅਨ ਦਾ ਇੱਕ ਪੈਰਾਗ੍ਰਾਫ ਬਣੂਗਾ, ਇਹ ਨਹੀਂ ਵੀ ਅਲੱਗ-ਅਲੱਗ ਪੈਰਾਗ੍ਰਾਫ, ਕਿਉਂਕਿ ਇੱਥੇ ਸਪੇਸ ਘੱਟ ਹੈ ਇਸ ਕਰਕੇ ਮੈਂ ਦੁਬਾਰਾ ਰੇਜ਼ ਕਰ ਰਹੀ ਹਾਂ, ਠੀਕ ਹੈ ਜੀ। ਓਕੇ ਫਰੈਂਡਸ, ਇਹ ਹੈ ਹੁਣ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਜਦੋਂ ਪਹਿਲਾਂ ਆਪਾਂ ਨੇ ਜਰਨਲ ਲਾਈਨ ਲਿਖਤੀ ਉਹਦੇ ਨਾਲ ਹੀ ਕੰਟੀਨਿਊ ਰੱਖਣਾ ਆਪਾਂ ਨੇ ਇੱਕ ਮੇਨ ਐਡਵਾਂਟੇਜ ਤੇ ਇੱਕ ਡਿਸਐਡਵਾਂਟੇਜ, ਠੀਕ ਹੈ। ਮੇਨ ਐਡਵਾਂਟੇਜ ਦੱਸਣੀ ਹੈ, ਚਾਹੇ ਡਿਸਐਡਵਾਂਟੇਜ ਦੱਸ ਦਿਓ ਪਹਿਲਾਂ, ਚਾਹੇ ਐਡਵਾਂਟੇਜ ਦੱਸ ਦਿਓ, ਠੀਕ ਹੈ। ਆਲਦੋ ਤੋਂ ਸਟਾਰਟ ਕਰ ਦਿਓ, ਆਲਦੋ ਤੋਂ ਬਾਅਦ ਆਪਾਂ ਕੀ ਆ ਸੈਂਟੈਂਸ ਨੂੰ ਇੱਕ ਵੱਡਾ ਸੈਂਟੈਂਸ ਬਣਾ ਸਕਦੇ ਹਾਂ, ਆਲਦੋ, ਦੋ, ਈਵਨ ਦੋ ਨਾਲ ਕਿਵੇਂ ਵੀ, ਠੀਕ ਹੈ ਜੀ। ਸੋ ਆਲਦੋ ਸਟੂਡੈਂਟਸ ਵਿਲ ਆਫਨ ਸਟਰਗਲ ਵਿਦ ਕਲਚਰਲ ਐਂਡ ਲਿੰਗੁਇਸਟਿਕ ਚੈਲੰਜਿਸ, ਠੀਕ ਹੈ। ਕੀ ਕਹਿੰਦੇ ਉਹਨਾਂ ਨੂੰ ਸਟਰਗਲ ਕਰਨਾ ਪੈਂਦਾ, ਇੱਕ ਡਿਸਐਡਵਾਂਟੇਜ ਦੱਸਦੇ, ਮੇਨ ਡਿਸਐਡਵਾਂਟੇਜ ਇਹੀ ਆਉਂਦੀ ਆ ਅਬਰੋਡ ਦੇ ਵਿੱਚ ਜਾ ਕੇ, ਇੱਕ ਤਾਂ ਤੁਹਾਨੂੰ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਆਉਂਦੀ ਤੇ ਇੱਕ ਕੀ ਹੈ ਕਲਚਰ ਨੂੰ ਅਡੋਪਟ ਕਰਨਾ ਬਹੁਤ ਔਖਾ ਹੁੰਦਾ, ਠੀਕ ਹੈ, ਰਹਿਣਾ ਸਹਿਣਾ ਖਾਣਾ ਪੀਣਾ। ਸੋ ਇਹ ਮੇਨ ਤੁਹਾਡੀ ਇੱਕ ਡਿਸਐਡਵਾਂਟੇਜ ਆ ਗਈ। ਆਲਦੋ ਸਟੂਡੈਂਟਸ ਵਿਲ ਆਫਨ ਸਟਰਗਲ ਵਿਦ ਕਲਚਰਲ ਐਂਡ ਲਿੰਗੁਇਸਟਿਕ ਚੈਲੰਜਿਸ ਵਾਈਲ ਆ ਗਿਆ ਵਰਡ, ਵਾਈਲ ਟਾਸਕ 1 'ਚ ਵੀ ਕੀਤਾ ਸੀ, ਟਾਸਕ 2 'ਚ ਵੀ, ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇਸ ਵਰਡ ਦੀ। ਵਾਈਲ ਅਬਰੋਡ ਦੇ ਵਿਲ ਆਲਸੋ ਗੇਨ ਸਿਗਨੀਫਿਕੈਂਟ ਲਾਈਫ ਐਕਸਪੀਰੀਅੰਸ, ਉਹਨਾਂ ਨੂੰ ਲਾਈਫ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ, ਠੀਕ ਹੈ, ਗੇਨ ਕਰਦੇ ਨੇ। ਦੈਟ ਵਿਲ ਰਿਵਾਰਡ ਦੈਮ ਲੇਟਰ ਔਨ ਇਨ ਦੇਅਰ ਕਰੀਅਰਸ, ਠੀਕ ਹੈ। ਜੇ ਹੁਣ ਪਹਿਲਾ ਡਿਸਐਡਵਾਂਟੇਜ ਦੱਸਦਾ ਕਿ ਉਹਨਾਂ ਨੂੰ ਇਹ ਉਹ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ, ਤੇ ਫਾਇਦਾ ਵੀ ਕਹਿੰਦੇ ਬਹੁਤ ਹੁੰਦਾ। ਕੀ ਹੁੰਦਾ ਜਿਹੜਾ ਉਹ ਇੱਥੇ ਲਾਈਫ ਐਕਸਪੀਰੀਅੰਸ ਸਿੱਖਦੇ ਨੇ ਜਾਂ ਫੇਸ ਕਰਦੇ ਨੇ, ਉਹਦੇ ਨਾਲ ਕੀ ਆ ਉਹਨਾਂ ਨੂੰ ਆਉਣ ਵਾਲੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਬੈਨੀਫਿਟਸ ਹੁੰਦੇ ਆ, ਰਿਵਾਰਡ ਹੁੰਦਾ, ਇੱਕ ਤਰ੍ਹਾਂ ਗਿਫਟ ਮਿਲਦਾ
ਆਉਣ ਵਾਲੀ ਜ਼ਿੰਦਗੀ ਦੇ ਵਿੱਚ, ਠੀਕ ਹੈ। ਸੋ ਤੁਸੀਂ ਇਸ ਨੂੰ ਸਿੰਪਲ ਵੀ ਬਣਾ ਸਕਦੇ ਹੋ ਆਪਣੇ ਅਕੋਰਡਿੰਗ, ਤੁਹਾਡਾ ਮੇਨ ਕੀ ਹੈ, ਬਟ ਮੇਨ ਤਾਂ ਇਹੀ ਆਪਾਂ ਨੂੰ ਲੈਂਗੁਏਜ ਬੈਰੀਅਰ ਆਉਂਦਾ, ਠੀਕ ਹੈ। ਇੱਕ ਆਪਾਂ ਨੂੰ ਕੀ ਹੁੰਦਾ ਉੱਥੇ ਜਾ ਕੇ ਐਡਵਾਂਟੇਜ ਤਾਂ ਇਹੀ ਹੈ ਕਿ ਆਪਾਂ ਜਿਹੜੀ ਉੱਥੇ ਦੀ ਇੰਟਰਨੈਸ਼ਨਲ ਤੁਹਾਨੂੰ ਕੀ ਮਿਲਦਾ, ਐਕਸਪੋਜ਼ਰ ਮਿਲਦਾ, ਠੀਕ ਹੈ। ਆਪਾਂ ਕੀ ਕਰ ਸਕਦੇ ਹਾਂ, ਬਹੁਤ ਜ਼ਿਆਦਾ ਨੌਲੇਜ ਮਿਲਦੀ ਹੈ। ਸੋ ਜਿਵੇਂ ਵੀ ਤੁਹਾਨੂੰ ਆਪਣੇ ਅਕੋਰਡਿੰਗ, ਤੁਹਾਡਾ ਅੱਜ ਦਾ ਹੋਮਵਰਕ ਇਹੀ ਹੋਊਗਾ ਟਾਸਕ 2 ਦਾ। ਮੈਂ ਤਾਂ ਤੁਹਾਨੂੰ ਇੱਕ ਵਾਰੀ ਬਣਾਤੀ, ਠੀਕ ਹੈ, ਇੰਟਰੋਡਕਸ਼ਨ, ਬਟ ਤੁਸੀਂ ਆਪਣੀ ਵਰਡਿੰਗ 'ਚ ਇਹਨੂੰ ਬਣਾਉਣਾ ਹੈ, ਠੀਕ ਹੈ। ਕਿੱਦਾਂ ਤੁਸੀਂ ਇਸ ਨੂੰ ਲਾਈਨ ਨੂੰ ਪੈਰਾਫਰੇਜ਼ ਕਰਦੇ ਹੋ, ਫਿਰ ਤੁਸੀਂ ਇਸ ਦੇ ਮੇਨ ਐਡਵਾਂਟੇਜ ਅਤੇ ਡਿਸਐਡਵਾਂਟੇਜ ਕਿਸ ਤਰ੍ਹਾਂ ਲਿਖਦੇ ਹੋ, ਅਤੇ ਤੁਹਾਡਾ ਓਪੀਨੀਅਨ ਕੀ ਹੈ। ਮੈਂ ਤਾਂ ਆਪਣਾ ਓਪੀਨੀਅਨ ਦੇ ਦੂੰਗੀ, ਠੀਕ ਹੈ। ਤੁਸੀਂ ਆਪਣਾ ਓਪੀਨੀਅਨ ਦੱਸਣਾ ਵੀ ਤੁਹਾਡਾ ਓਪੀਨੀਅਨ ਕੀ ਹੈ, ਠੀਕ ਹੈ ਜੀ। ਸੋ ਇਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਓਪੀਨੀਅਨ। ਓਕੇ ਫਰੈਂਡਸ, ਠੀਕ ਹੈ ਜੀ। ਹੁਣ ਆਪਾਂ ਨੇ ਲਿਖਣਾ ਓਪੀਨੀਅਨ, ਠੀਕ ਹੈ। ਓਪੀਨੀਅਨ ਤੋਂ ਤੁਹਾਡੀ ਗੱਲ ਕਲੀਅਰ ਹੋ ਜਾਂਦੀ ਹੈ ਸਟੇਟਮੈਂਟ 'ਤੇ ਵੀ ਤੁਹਾਡੇ ਅਕੋਰਡਿੰਗ ਕੀ ਹੈ, ਵੀ ਐਡਵਾਂਟੇਜਿਸ ਜ਼ਿਆਦਾ ਨੇ ਜਾਂ ਡਿਸਐਡਵਾਂਟੇਜਿਸ ਜ਼ਿਆਦਾ ਨੇ, ਠੀਕ ਹੈ। ਹੁਣ ਮੈਂ ਇੱਥੇ ਕਲੀਅਰ ਕਰਤਾ, ਇਨ ਮਾਈ ਓਪੀਨੀਅਨ ਸਟੱਡਿੰਗ ਅਬਰੋਡ ਇਜ਼ ਮੋਰ ਬੈਨੀਫਿਸ਼ੀਅਲ, ਠੀਕ ਹੈ। ਵੀ ਜੇ ਆਪਾਂ ਸਟੱਡੀ ਕਰਨ ਦੇ ਲਈ ਜਾਂਦੇ ਹਾਂ, ਅੱਜ ਕੱਲ੍ਹ ਜਿਹੜੇ ਸਟੂਡੈਂਟਸ ਨੇ ਆਇਲਸ ਦਾ ਐਗਜ਼ਾਮ ਤਾਂ ਹੀ ਦੇ ਰਹੇ ਹੋ ਤੁਸੀਂ ਕਿ ਸਟੱਡੀ ਕਰਨ ਜਾ ਰਹੇ ਹੋ ਅਬਰੋਡ ਦੇ ਵਿੱਚ, ਉਹਦੇ ਫਾਇਦੇ ਹੀ ਨੇ, ਠੀਕ ਹੈ। ਈਵਨ ਦੋ ਇਟ ਇਜ਼ ਕੋਸਟਲੀ, ਠੀਕ ਹੈ। ਭਾਵੇਂ ਕਹਿੰਦੇ ਇਹ ਕੋਸਟਲੀ ਹੈ, ਬਟ ਕੀ ਨੇ ਇਹਦੇ ਜ਼ਿਆਦਾ ਬੈਨੀਫਿਟਸ ਨੇ, ਠੀਕ ਹੈ। ਮੈਂ ਆਪਣਾ ਓਪੀਨੀਅਨ ਦੇਤਾ, ਤੁਹਾਡਾ ਓਪੀਨੀਅਨ ਕੁਝ ਵੀ ਹੋ ਸਕਦਾ, ਤੁਸੀਂ ਜ਼ਿਆਦਾ ਡਿਸਐਡਵਾਂਟੇਜ ਵੀ ਕਹਿ ਸਕਦੇ ਹੋ, ਠੀਕ ਹੈ। ਜਾਂ ਤੁਹਾਡਾ ਓਪੀਨੀਅਨ ਹੋਣਾ ਚਾਹੀਦਾ ਉਸ ਦੇ ਅਕੋਰਡਿੰਗ ਹੀ ਤੁਹਾਡਾ ਅਗਲਾ ਐਸੇ ਹੈ ਜਿਹੜਾ BP1 ਅਤੇ BP2 ਬਣਦਾ, ਤਾਂ ਇਸ 'ਤੇ ਨਿਰਭਰ ਕਰਦਾ। ਤੁਹਾਡਾ ਓਪੀਨੀਅਨ ਜ਼ਰੂਰ ਕਲੀਅਰ ਹੋਣਾ ਚਾਹੀਦਾ, ਠੀਕ ਹੈ। ਜਿਵੇਂ ਹੁਣ ਮੈਂ ਕਹਤਾ ਇਜ਼ ਮੋਰ ਬੈਨੀਫਿਸ਼ੀਅਲ, ਠੀਕ ਹੈ। ਈਵਨ ਦੋ ਇਟ ਇਜ਼ ਕੋਸਟਲੀ, ਕਹਿੰਦੇ ਇਹਦੇ ਜ਼ਿਆਦਾ ਬੈਨੀਫਿਟਸ ਨੇ, ਭਾਵੇਂ ਇਹ ਕੀ ਹੈ ਉੱਥੋਂ ਦੀ ਐਜੂਕੇਸ਼ਨ ਹੈ ਕੀ ਹੈ ਕੋਸਟਲੀ ਹੈ, ਚਾਹੇ ਰਹਿਣਾ ਸਹਿਣਾ ਵੀ ਕੀ ਹੈ ਕੋਸਟਲੀ ਹੈ। ਸੋ ਤੁਸੀਂ ਆਪਣਾ ਓਪੀਨੀਅਨ ਦੇਣਾ, ਸੇਮ ਨਹੀਂ ਕਿਸੇ ਦਾ ਹੋਣਾ ਚਾਹੀਦਾ, ਸੈਂਟੈਂਸ ਨਹੀਂ ਸੇਮ ਹੋਣਾ ਚਾਹੀਦਾ, ਆਈਡੀਆ ਸੇਮ ਹੋ ਸਕਦਾ, ਠੀਕ ਹੈ, ਬਟ ਤੁਸੀਂ ਆਪਣੇ ਵਰਡਿੰਗ 'ਚ ਲਿਖਣਾ ਹੈ। ਤੁਹਾਡਾ ਇਹੀ ਹੋਮਵਰਕ ਹੈ। ਟਾਸਕ 1 ਦਾ ਤੁਸੀਂ ਕੀ ਕਰਨਾ, ਜਿਹੜਾ ਮੈਂ ਤੁਹਾਨੂੰ ਅੱਜ ਟਾਸਕ 1 ਕਰਾਇਆ ਉਹਨੂੰ ਚੰਗੀ ਤਰ੍ਹਾਂ ਦੇਖਣਾ, ਉਹਨੂੰ ਸਮਝਣਾ, ਇੰਟਰੋਡਕਸ਼ਨ, ਓਵਰਵਿਊ, BP1 BP2 ਕਿਸ ਤਰ੍ਹਾਂ ਸੈਂਟੈਂਸ ਬਣਾਏ ਗਏ ਨੇ, ਕਿਸ ਤਰ੍ਹਾਂ ਅਲੱਗ-ਅਲੱਗ ਸੈਂਟੈਂਸ ਬਣਾਏ ਗਏ ਨੇ। ਅਤੇ ਟਾਸਕ 2 ਦੇ ਵਿੱਚ ਟਾਸਕ 1 ਦਾ ਕੋਈ ਹੋਮਵਰਕ ਨਹੀਂ ਹੈਗਾ, ਜਸਟ ਤੁਸੀਂ ਉਸਨੂੰ ਪੜ੍ਹਨਾ 2-3 ਵਾਰੀ 4 ਵਾਰੀ, ਜਦੋਂ ਤੱਕ ਤੁਹਾਡੇ ਦਿਮਾਗ 'ਚ ਨਹੀਂ ਪੈਂਦਾ, ਠੀਕ ਹੈ। ਟਾਸਕ 2 ਨੂੰ ਤੁਸੀਂ ਕੀ ਕਰਨਾ, ਇਹਦੀ ਇੰਟਰੋਡਕਸ਼ਨ ਮੈਨੂੰ ਪੂਰੀ, ਠੀਕ ਹੈ, ਭੇਜਣੀ ਹੈ। ਤੁਸੀਂ ਫਸਟ ਪੈਰਾਗ੍ਰਾਫ ਬਣਾ ਕੇ ਜਿਹਦੇ ਵਿੱਚ ਕੀ ਕਵਰ ਕਰੋਗੇ, ਜਰਨਲ ਲਾਈਨ ਪੈਰਾਫਰੇਜ਼ ਕਰਨੀ ਹੈ ਜਿਹੜੀ, ਦੈਨ ਫਿਰ ਮੇਨ ਐਡਵਾਂਟੇਜ ਡਿਸਐਡਵਾਂਟੇਜ ਅਤੇ ਤੁਹਾਡਾ ਓਪੀਨੀਅਨ ਆਪਣੇ ਵਰਡਸ 'ਚ ਹੋਣਾ ਚਾਹੀਦਾ, ਠੀਕ ਹੈ। ਸੋ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਕਰਕੇ ਅਗਰ ਤੁਸੀਂ ਇਸ ਤਰ੍ਹਾਂ ਇੰਟਰੋਡਕਸ਼ਨ ਬਣਾਉਂਦੇ ਹੋ, ਪੂਰੀ ਐਕੂਰੇਟ ਹੈ ਤੁਹਾਡੀ, ਤੁਸੀਂ ਸਕੋਰ ਈਜ਼ੀਲੀ ਕਰ ਸਕਦੇ ਹੋ, ਠੀਕ ਹੈ ਫਰੈਂਡਸ। ਜੇ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਜ਼ਰੂਰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ, ਠੀਕ ਹੈ ਫਰੈਂਡਸ। ਮਿਲਦੇ ਹਾਂ, ਬਾਏ ਬਾਏ, ਟੇਕ ਕੇਅਰ।